ਜਪ। ਆਦ ਸਚ ਜੁਗਾਦ ਸਚ। ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਬਿਘਨ ਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰਾ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਰਾਹਕ ਮਿਲੇ ਖਡੂਰ ਕੇ ਔਰ ਪ੍ਰਸੰਨਤਾ ਪਾਏ। ਮਨ ਭਾਵਤ ਬਰਖਿਓ ਜਲਦ ਹਰਿਤ ਖੇਤ ਸਮੁਦਾਏ। ਰਾਹਕ ਮਿਲੇ ਖਡੂਰ ਕੇ ਔਰ ਪ੍ਰਸੰਨਤਾ ਪਾਏ। ਮਨ ਭਾਵਤ ਬਰਖਿਓ ਜਲਦ ਹਰਿਤ ਖੇਤ ਸਮੁਦਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਅਰ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜਿਨ੍ਹਾਂ ਨੂੰ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਜਗ ਦਾਤੇ ਭਗਤ ਵਛਲ ਗੁਰੂ ਗਰੀਬ ਨਵਾਜ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਕਰੁਣਾ ਨਿਧਾਨ ਨਿਹਚਲ ਚੌਰ ਛਤਰ ਤਖਤ ਕੇ ਮਾਲਕ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਪ ਕਥਾ ਸ਼੍ਰਵਣ ਕਰਨ ਦੇ ਪ੍ਰੇਮੀ ਜਨ ਆਪਣਿਆਂ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਦਰ ਘਰ ਦੀ ਪਾਵਨ ਪਵਿੱਤਰ ਵਡਿਆਈ ਸ਼੍ਰਵਣ ਕਰਨ ਵਾਸਤੇ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਕਰ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦੇ ਹੋ। ਖੁਸ਼ ਬਵਦ ਉਮਰ ਕੇ ਦਰ ਯਾਦ ਬੇਗੁਜ਼ਰਦ ਵਰਨਹ ਚ ਹਾਸਲ ਅਸਤ ਅਜੀ ਗੁੰਬਦੇ ਕਬੂਦ ਮਰਾ। ਉਮਰ ਸੋਈ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ। ਉਹੀ ਸਮਾਂ ਉਹੀ ਘੜੀ ਸਫਲੀ ਹੈ ਜਿਸ ਘੜੀ ਵਿੱਚ ਪਰਮੇਸ਼ਰ ਪੂਰੇ ਸਤਿਗੁਰਾਂ ਦਾ ਨਾਮ ਅਰਾਧਿਆ ਜਾਵੇ। ਉਹ ਨਾਮ ਖਾਲਸਾ ਜੀ ਚਾਹੇ ਰਸਨਾ ਨਾਲ ਜਪ ਕਰਕੇ ਜਾਂ ਕੰਨਾਂ ਦੇ ਨਾਲ ਸੁਣ ਕਰਕੇ, ਨੇਤਰਾਂ ਦੇ ਨਾਲ ਗੁਰਸਿੱਖਾਂ ਦੇ ਨਾਮ ਜਪਦਿਆਂ ਦੇ ਸਤਿਗੁਰਾਂ ਦੀ ਸਿਫਤ ਗਾਉਂਦਿਆਂ ਦੇ ਦਰਸ਼ਨ ਕਰ ਕਰਕੇ ਕਿਸੇ ਤਰੀਕੇ ਨਾਲ ਵੀ ਪ੍ਰਾਪਤ ਹੋਵੇ ਕਰਨਾ ਚਾਹੀਏ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਵਡਿਆਈ ਜਥਾ ਪ੍ਰਸੰਗ ਆਪਾਂ ਪਿਛਲੇ ਦੀ ਬਾਣ ਵਿੱਚ ਵਿਚਾਰਿਆ ਸੁਣਿਆ ਹੈ ਕਿ ਕੈਸੇ ਸਨ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ ਜਿਹੜੇ ਸਾਰੀ ਕਰਾਮਾਤ ਦਾ ਸਮੁੰਦਰ ਹੋਣ ਦੇ ਬਾਵਜੂਦ ਵੀ ਇੱਕ ਸਧਾਰਨ ਜੀਵਨ ਜਿਉ ਰਹੇ ਵੈ, ਆਪਣੇ ਆਨੰਦ ਵਿੱਚ ਰਹਿੰਦੇ ਐ। ਪੈ ਕਾਹੂ ਕਉ ਦੇਤ ਨਹਿ ਨਹਿ ਪੈ ਮਾਨਤ ਆਨ। ਐਸੀ ਬਿਰਤੀ ਧਾਰ ਕੇ ਨਾ ਕੋ ਬੈਰੀ ਨਹੀਂ ਮਿਗਾਨਾ, ਸਗਲ ਸੰਗ ਹਮ ਕੋ ਬਨ ਆਈ। ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਨਾ ਮਹਾਰਾਜ ਕਿਸੇ ਨਾਲ ਈਰਖਾ ਕਰਦੇ ਆ, ਨਾ ਅਕਾਰਨ ਪ੍ਰੇਮ ਕਰਦੇ ਹਨ। ਈਰਖਾ ਮਹਾਰਾਜ ਨੇ ਤਾਂ ਕਿਸੇ ਨਾਲ ਕਰਨੀ ਓ ਕੀ ਹੈ। 12 ਵਰ੍ਹੇ ਜਿਨ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਵਰਗਿਆਂ ਸੇਵਾ ਕੀਤੀ, ਮਹਾਰਾਜ ਨੇ ਤਾਂ ਉਹਨਾਂ ਨੂੰ ਪ੍ਰੇਮ ਨਾ ਕੀਤਾ। ਫਿਰ ਸੱਚੇ ਪਾਤਸ਼ਾਹ ਜਿਹੜੇ ਆਪਣਿਆਂ ਦੇ ਪ੍ਰੇਮ ਆਪਣਿਆਂ ਤੋਂ ਪ੍ਰੇਮ ਕਰਨ ਤੋਂ ਨਿਰਲੇਪ ਹਨ, ਉਹ ਫਿਰ ਕਿਸੇ ਨਾਲ ਈਰਖਾ ਕਿਵੇਂ ਕਰ ਸਕਦੇ ਹਨ। ਪਰ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ। ਪਾਪੀ ਪਾਮਰ ਪੁਰਸ਼ ਨੂੰ ਖਾਲਸਾ ਜੀ ਪਰਮੇਸ਼ਰ ਦੀ ਭਗਤੀ ਆਪ ਕਰਨੀ ਤਾਂ ਚੰਗੀ ਕੀ ਲੱਗਣੀ, ਕੋਈ ਕਰਦਾ ਵੀ ਉਸ ਨੂੰ ਚੁਭਦਾ ਹੈ। ਉਥੈ ਸੱਚ ਵਰਤਦਾ ਕੂੜਿਆਰਾਂ ਚਿਤ ਉਦਾਸ, ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ। ਇਹੋ ਜਿਹੀ ਬਿਰਤੀ ਦੇ ਜਿਹੜੇ ਲੋਕ ਹਨ, ਉਹਨਾਂ ਵਿੱਚੋਂ ਸੀ ਖਡੂਰ ਸਾਹਿਬ ਦਾ ਇੱਕ ਤਪਾ ਆਪਦੀ ਪੂਜਾ ਪ੍ਰਤਿਸ਼ਠਾ ਕਰਾਉਣ ਦਾ ਬੜਾ ਇੱਛਕ ਸੀ। ਕਰਾਵੇ ਆਪਦੀ ਪੂਜਾ ਪ੍ਰਤਿਸ਼ਠਾ ਜੀ ਸਦਕੇ ਕਰਵਾਵੇ।
ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿਆ ਹੋਏ। ਜਿਹੜੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਰੇ ਸੰਸਾਰ ਦਾ ਭਲਾ ਮਨਾਉਂਦੇ ਹੈ, ਇਹ ਪਾਪੀ ਤਪਾਊ ਸਤਿਗੁਰਾਂ ਦੇ ਸੰਦਰਭ ਵਿੱਚ ਹੀ ਆਪਣੇ ਮਨ ਵਿੱਚ ਪਾਪ ਲੋਚਦਾ ਹੈ। ਤੋ ਇਸ ਤਪੇ ਨੇ ਜਥਾਵਲੀਆਂ ਸਰਵਣ ਕੀਤਾ। ਮੀਂਹ ਨਾ ਪੈਣ ਤੇ ਪਿੰਡ ਦੇ ਖਹਿਰੇ ਜੱਟਾਂ ਨੂੰ ਆਪਣੇ ਅੰਨੀ ਸ਼ਰਧਾ ਵਿੱਚ ਪੇਚਲ ਕਰਕੇ ਧੰਨ ਸ੍ਰੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਨਗਰ ਵਿੱਚੋਂ ਕਢਵਾ ਦਿੱਤਾ ਸੀ। ਇਸ ਤੋਂ ਅੱਗੇ ਆਪ ਜੀਆਂ ਕਥਾ ਸਰਵਣ ਕੀਤੀ। ਇਸ ਗੱਲ ਦਾ ਪਤਾ ਜਦੋਂ ਗੋਇੰਦਵਾਲ ਸਾਹਿਬ ਤੋਂ ਆਏ ਹੋਏ ਧੰਨ ਸ੍ਰੀ ਗੁਰੂ ਅਮਰਦੇਵ ਜੀ ਪਾਤਸ਼ਾਹ ਜੀਆਂ ਨੂੰ ਪਤਾ ਲੱਗਿਆ, ਉਹ ਮਹਾਰਾਜ ਜੀ ਕਹਿੰਦੇ ਆ ਕਿ ਤਪੇ ਪਾਪੀ ਨੇ ਕਮਾਇਆ ਤਾਂ ਮਹਾਰਾਜ ਨਾਲ ਅਕਾਰਨ ਵੈਰ ਦਰੋਹੀ ਹੈ। ਸਾਨੂੰ ਮਹਾਰਾਜ ਦੇ ਸਿੱਖ ਕੌਣ ਆਖੇ ਜੇ ਅਸੀਂ ਸਤਿਗੁਰਾਂ ਦੀ ਕੀਤੀ ਅਵੱਗਿਆ ਦਾ ਇਹਨੂੰ ਫਲ ਨਾ ਭੁਗਤਾਈਏ। ਪੰਚਾਇਤ ਵਿੱਚ ਜਾ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬਚਨ ਕੀਤੇ ਕਿ ਭਾਈ ਹੁਣ ਪੈ ਗਈ ਠੰਡ, ਮੀਂਹ ਬਾਰਿਸ਼ ਪੈ ਗਈ ਹੈ। ਫਿਰ ਉਹ ਜ਼ਿਮੀਂਦਾਰ ਹੈ ਤਾਂ ਪਛਤਾਉਂਦੇ, ਕਹਿੰਦੇ ਹੇ ਸ਼੍ਰੀ ਅਮਰਦਾਸ ਜੀ, ਅਸੀਂ ਤਾਂ ਇਸ ਤਪੇ ਦੇ ਪਿੱਛੇ ਲੱਗ ਕੇ ਹੀ ਸਾਰਾ ਕੰਮ ਕੀਤਾ, ਬਾਕੀ ਮਰਦੇ ਕੀ ਨਹੀਂ ਕਰਦੇ, ਬੱਚੇ ਭੁੱਖੇ ਮਰ ਜਾਣਗੇ। ਇਸ ਲਾਲਚ ਨੂੰ ਅਸੀਂ ਤਾਂ ਜੋ ਵੀ ਬਾਰਿਸ਼ ਪਵਾਏਗਾ ਉਹਦੇ ਪੈਰ ਧੋ ਧੋ ਕੇ ਪੀਣ ਨੂੰ ਤਿਆਰ ਹਾਂ। ਇਸੇ ਬਚਨ ਸੁਣ ਕੇ ਮਹਾਰਾਜ ਜਾਣ ਗਏ ਸ੍ਰੀ ਗੁਰੂ ਅਮਰਦਾਸ ਜੀ ਵੀ ਇਹਨਾਂ ਦਾ ਤਾਂ ਕੋਈ ਦੋਸ਼ ਨਹੀਂ। ਤਪੇ ਨੇ ਇਹਨਾਂ ਮਜਬੂਰਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਮਹਾਰਾਜ ਨੂੰ ਨਗਰ ਵਿੱਚੋਂ ਕਢਵਾਇਆ ਹੈ। ਮਹਾਰਾਜ ਫਿਰ ਬੋਲੇ ਆ ਕਿ ਹੁਣ ਤਪਾ ਹੀ ਮੀਂਹ ਪਵਾਏਗਾ, ਤਪੇ ਪਾਸ ਜਾਓ। ਅਸੀਂ ਇਹ ਬਚਨ ਕਰਦੇ ਹਾਂ। ਗੁਰੂ ਅੰਗਦ ਪਾਤਸ਼ਾਹ ਜੀ ਤਾਂ ਬੜੀ ਅੱਗੇ ਦੀ ਗੱਲ ਹੈ, ਉਹਨਾਂ ਦੇ ਸਿੱਖ ਹੀ ਮੀਂਹ ਪਵਾ ਸਕਦੇ ਹਨ, ਬਾਰਿਸ਼ ਕਰਵਾ ਸਕਦੇ। ਆਖਿਆ ਕਿਵੇਂ ਹੋਵੇਗੀ? ਕਹਿੰਦੇ ਜੀ ਤੁਸੀਂ ਜਾ ਕਰਕੇ ਤਪੇ ਨੂੰ ਜਦੋਂ ਹੀ ਡੇਰੇ ਚੋਂ ਬਾਹਰ ਕੱਢੋਗੇ, ਪਤਿਆ ਲੈਣਾ ਬੱਦਲ ਬਣ ਜਾਣਗੇ। ਜਦੋਂ ਹੀ ਤਪਾ ਕਿਸੇ ਖੇਤ ਵਿੱਚ ਪੈਰ ਪਾਵੇਗਾ ਵਰਖਾ ਆ ਜਾਵੇਗੀ। ਲਾਗੇ ਤਪੇ ਦਾ ਡੇਰਾ ਸੀ, ਸਾਰੀ ਪੰਚਾਇਤ ਬਣੀ ਤਣੀ ਜਾ ਤਪੇ ਦੇ ਡੇਰੇ ਵੱਜੇ। ਉੱਥੇ ਜਾ ਕਰਕੇ ਤਪਾ ਜੀ ਨੂੰ ਜਦੋਂ ਤਰੀਕੇ ਦੇ ਨਾਲ ਇਹਨਾਂ ਨੇ ਬਾਹਰ ਬੁਲਾਇਆ, ਆਪਦੇ ਡੇਰਾ ਛੱਡਿਆ ਹੀ ਆ ਤੇ ਬੱਦਲ ਬਣ ਆਏ। ਜ਼ਿਮੀਂਦਾਰਾਂ ਵਿਚਾਰਿਆ ਵੀ ਹੈ ਤਾਂ ਗੱਲ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ, ਬਚਨ ਤਾਂ ਸੱਚਾ ਹੀ ਕੀਤਾ, ਬੱਦਲ ਤਾਂ ਬਾਣੇ, ਚਲੋ ਹੁਣ ਖੇਤ ਵੀ ਲੈ ਜਾਓ। ਇਸੇ ਤਰ੍ਹਾਂ ਤਪੇ ਨੂੰ ਇਹ ਸਾਰੇ ਰਲ ਮਿਲ ਕਰਕੇ ਖੇਤ ਲੈ ਕੇ ਗਏ। ਜਿਸ ਖੇਤ ਵਿੱਚ ਤਪਾ ਪੈਰ ਪਾਉਂਦਾ ਉੱਥੇ ਹੀ ਵਰਖਾ ਆ ਜਾਂਦੀ ਹੈ। ਨਾਲ ਨਾਲ ਇਹ ਜ਼ਿਮੀਂਦਾਰਾਂ ਦਾ ਚਿੰਤਾ ਦਾ ਵਿਸ਼ਾ ਮਹਾਰਾਜ ਦਾ ਇਹ ਬਚਨ ਬਣਿਆ ਕਿ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਹੀ ਜਿੰਨਾ ਵਰਸ਼ਾ ਪੈਣੀ ਪੈ ਜਾਵੇਗੀ, ਓਨੇ ਸਮੇਂ ਵਿੱਚ ਤਪਾ ਜੀ ਨੂੰ ਜਿੱਥੇ ਜਿੱਥੇ ਲੈ ਜਾਓ, ਫੇਰ ਨਹੀਂ। ਹੁਣ ਸਭ ਰਕਬਾ ਜ਼ਿਆਦਾ ਹੈ, ਤਪਾ ਇਕੱਲਾ। ਜ਼ਿਮੀਂਦਾਰ ਕਾਹਲੇ ਪੈਣ ਲੱਗੇ, ਤਪੇ ਵਿਚਾਰੇ ਦੀ ਖਿੱਚ ਤੂ ਹੋਈ। ਬਥੇਰੇ ਰੋਬ ਦਬਕੇ ਮਾਰਦਾ, ਪਰ ਹੁਣ ਸੁਣੇ ਕੌਣ। ਜਦੋਂ ਕੁਝ ਸਮਾਂ ਉਹ ਤਪੇ ਨੂੰ ਖਿੱਚ ਤੂ ਕੀਤੀ, ਰੌਲਾ ਪਾਉਂਦਾ ਰਿਹਾ, ਪਰ ਕੁਝ ਸਮੇਂ ਬਾਅਦ ਭਾਦੋਂ ਦਾ ਮਹੀਨਾ, ਗਰਮੀ ਹੁੰਦੀ ਹੈ, ਉਹ ਤਪਾ ਬੇਹੋਸ਼ ਹੋ ਕੇ ਡਿੱਗ ਗਿਆ। ਉਹ ਸਾਰਿਆਂ ਵਿੱਚ ਰੌਲਾ ਪੈ ਗਿਆ, ਕਿਉਂਕਿ ਮਹਾਰਾਜ ਨੇ ਵੀ ਬਚਨਾਨ ਕਹਿ ਦਿੱਤੇ ਵੀ ਇਹਦਾ ਅੰਗ ਪ੍ਰਤੰਗ ਵੀ ਕੋਈ ਜਿੱਥੇ ਚਲਾ ਜਾਵੇਗਾ ਉੱਥੇ ਵੀ ਬਾਰਿਸ਼ ਪਵੇਗੀ। ਡਿੱਗੇ ਹੋਏ ਤਪੇ ਨੂੰ ਉਸੇ ਤਰ੍ਹਾਂ ਹੀ ਜਿਵੇਂ ਕਿਸੇ ਤੋਂ ਜਥਾ ਸਰਿਆ, ਖਿੱਚ ਖਿੱਚ ਕੇ ਸਾਰਾ ਤਪਾ ਉਧੇੜ ਮਾਰਿਆ। ਅੰਗ ਪ੍ਰਤੰਗ ਉਹਦੇ ਜਿੱਥੇ ਜਿੱਥੇ ਵੀ ਲੈ ਕੇ ਗਏ ਉੱਥੇ ਭਾਰੀ ਵਰਸ਼ਾ ਹੋਈ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਤਰ੍ਹਾਂ ਪਾਪੀ ਤਪੇ ਨੂੰ ਉਹਦੀ ਕਰਨੀ ਦਾ ਫਲ ਭੁਗਤਾਇਆ ਤੇ ਵਿਚਾਰਿਆ ਵੀ ਹੁਣ ਅਸੀਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਜਾਈਏ। ਜਦੋਂ ਧੰਨ ਗੁਰੂ ਅਮਰਦੇਵ ਜੀ ਮਹਾਰਾਜ ਦਰਸ਼ਨ ਕਰਨ ਵਾਸਤੇ ਪਹੁੰਚੇ, ਅੰਤਰਜਾਮੀ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਜਾਣਦੇ ਆ ਕਿ ਇਹ ਤਪੇ ਨੂੰ ਮਰਵਾ ਕੇ ਆਏ ਹਨ। ਕਰਾਮਾਤ ਵਿਖਾਈ ਹੈ, ਮਹਾਰਾਜ ਜੀਆਂ ਕੰਡ ਕਰ ਲਈ। ਦੂਜੇ ਪਾਸੇ ਹੁੰਦੇ ਮਹਾਰਾਜ ਉਧਰੋਂ ਮੁੱਖ ਫੇਰ ਲੈਂਦੇ ਆ, ਤੀਜੇ ਚੌਥੇ ਪਾਸੇ ਜਾ ਅੱਗੇ ਬੈਠ ਬਚਨ ਕੀਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਬਹੁਤ ਵੱਡੀ ਭੁੱਲ ਹੋ ਗਈ, ਸਾਨੂੰ ਬਖਸ਼ ਦਿਓ, ਤੁਸੀਂ ਬਖਸ਼ਣ ਵਾਲੇ ਹੋ।
ਗੁਰੂ ਅੰਗਦ ਪਾਤਸ਼ਾਹ ਜੀ ਕਹਿੰਦੇ ਕਿ ਹੇ ਸ਼੍ਰੀ ਅਮਰਦਾਸ ਜੀ, ਤੁਸਾਂ ਚੰਗਾ ਨਹੀਂ ਕੀਤਾ। ਜੇ ਮਾਨੋ ਤਪਾ ਪਾਪੀ ਸੀ ਤੇ ਪਰਮੇਸ਼ਰ ਨੂੰ ਆਪੇ ਫਲ ਭੁਗਤਾਉਂਦਾ। ਜਿਹੜੇ ਕੋਈ ਸਾਧੂ ਮਹਾਤਮਾ ਹਨ, ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਇਸ ਤਰ੍ਹਾਂ ਕਰਾਮਾਤ ਵਿਖਾਉਣੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਘਰ ਤਾਂ ਨੀਵਿਆਂ ਦਾ ਹੈ। ਆਪਦੇ ਆਪ ਨੂੰ ਉੱਚਾ ਜਨਾਉਣ ਵਾਲਿਆਂ ਨੂੰ ਇੱਥੇ ਕੋਈ ਥਾਂ ਨਹੀਂ। ਇਹੋ ਜਿਹੇ ਬਚਨ ਸੁਣੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਮਰ ਅਗਾਂਹ ਸਮਤ ਬਖਸ਼ੋ, ਅੱਗੇ ਤੋਂ ਐਸਾ ਨਹੀਂ ਕਰਾਂਗੇ। ਪਰ ਉਹ ਕਾਰਨ ਇਹ ਹੈ, ਖਾਲਸਾ ਜੀ ਸੇਵਾ ਵੱਡੀ ਹੈ। ਇੰਨੀ ਸੇਵਾ ਕਰ ਕਰਕੇ ਗੁਰੂ ਅਮਰਦਾਸ ਮਹਾਰਾਜ ਦਾ ਸਰੀਰ ਵੀ ਐਸਾ ਹੋ ਚੁੱਕਾ ਸੀ, ਜਿੱਥੇ ਵੀ ਪੈਰ ਰੱਖਦੇ ਸੀ ਉੱਥੇ ਵੀ ਕੋਈ ਨਾ ਕੋਈ ਕਰਾਮਾਤ ਵਰਤ ਜਾਂਦੀ ਸੀ। ਉਹਦਾ ਪ੍ਰਸੰਗ ਅੱਗੇ ਆਉਣ ਵਾਲਾ। ਨਾ ਚਾਹੁੰਦਿਆਂ ਹੋਇਆਂ ਵੀ ਗੁਰੂ ਅਮਰਦਾਸ ਮਹਾਰਾਜ ਜੀ ਨਾ ਵੀ ਚਾਹੁਣ ਕਰਾਮਾਤ ਵਿਖਾਈਏ ਅਸੀਂ, ਤਾਂ ਵੀ ਕੋਈ ਨਾ ਕੋਈ ਕਰਾਮਾਤ ਹੋ ਹੀ ਜਾਂਦੀ, ਕਿਉਂਕਿ ਕਰਾਮਾਤ ਦੀ ਮੂਰਤ ਸਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਜਥਾ ਪ੍ਰਸੰਗ ਅੱਗੇ ਆਉਂਦਾ ਹੈ। ਖਡੂਰ ਸਾਹਿਬ ਨੂੰ ਫਿਰ ਵਾਪਸ ਕਿਵੇਂ ਸੱਚੇ ਪਾਤਸ਼ਾਹ ਜੀ ਆਉਂਦੇ, ਇਹ ਪਿੰਡ ਸਾਰਾ ਪੈਰੀ ਪੈਂਦਾ। ਉਹ ਸਾਰਾ ਪ੍ਰਸੰਗ ਭਾਈ ਅੱਗੇ ਆ ਰਿਹਾ ਹੈ। ਮਨ ਚਿਤ ਬਿਰਤੀਆਂ ਇਕਾਗਰ ਕਰੀਏ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਸਤਿਗੁਰਾਂ ਨੂੰ, ਗੁਰੂਦੇਵ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੂੰ ਹਿਰਦੇ ਵਿੱਚ ਵਸਾਓ। ਸਭ ਸੰਗਤ ਰਸਨਾ ਕਰੋ ਜੀ ਪਵਿੱਤਰ, ਆਖਣਾ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਾਹਕ ਮਿਲੇ ਖਡੂਰ ਕੇ। ਉਹ ਆਪਸ ਵਿੱਚ ਫਿਰ ਜਦੋਂ ਤਪਾ ਚੜਾਈ ਕਰ ਗਿਆ, ਬੜੀ ਭਾਰੀ ਵਰਸ਼ਾ ਹੋਈ ਖਡੂਰ ਸਾਹਿਬ ਦੇ ਲਾਗੇ ਤਾਗੇ ਇਲਾਕੇ ਵਿੱਚ। ਪਾਪੀ ਦੇ ਮਰੇ ਤੇ ਪਰਮੇਸ਼ਰ ਨੇ ਬਹੁਤ ਖੁਸ਼ੀ ਮਨਾਈ ਹੈ। ਸਾਰੇ ਜ਼ਿਮੀਂਦਾਰ ਆਪਸ ਵਿੱਚ ਸਭ ਮਿਲ ਬੈਠੇ ਹਨ ਔਰ ਪ੍ਰਸੰਨਤਾ ਪਾਏ। ਬੜੀ ਭਾਰੀ ਬਾਰਿਸ਼ ਦੀ ਪ੍ਰਾਪਤੀ ਦੇ ਕਾਰਨ ਸਭ ਜ਼ਿਮੀਂਦਾਰ ਮਨ ਕਰਕੇ ਬੜੇ ਖੁਸ਼ ਹਨ। ਮਨ ਭਾਵਤ ਬਰਖਿਓ ਜਲਦ, ਕਿਉਂਕਿ ਉਹਨਾਂ ਦੇ ਮਨ ਭਾਉਂਦੀ ਹੋਈ ਜਿਹੜੀ ਵੈ ਵਰਸ਼ਾ ਜਾਂ ਬੱਦਲਾਂ ਨੇ ਪਾਈ, ਬੜਾ ਭਾਰੀ ਮੀਂਹ ਜੂ ਪੈ ਗਿਆ ਹੈ। ਹਰਿਤ ਖੇਤ ਸਮੁਦਾਇ, ਤੇ ਉਹਨਾਂ ਦੇ ਸੁੱਕੇ ਹੋਏ ਖੇਤ ਸਾਰੇ ਮਹਾਰਾਜ ਦੀ ਨੇਤ ਸਦਕਾ ਹਰੇ ਭਰੇ ਦਿਸਣ ਲੱਗੇ ਹਨ। ਚਾਪਈ ਸਕਲ ਮਿਲੇ ਸਭ ਬਾਤ ਵਿਚਾਰੀ। ਸਾਰੇ ਜ਼ਿਮੀਂਦਾਰ ਜਦੋਂ ਇਹ ਵਿਹਲੇ ਹੋਏ, ਇਸ ਪਾਸਿਓਂ ਫਸਲਾਂ ਹਰੀਆਂ ਭਰੀਆਂ ਹੋਈਆਂ, ਤੜਕਾ ਹੁੰਦਿਆ ਸਾਰੀ ਜਾਂ ਸੰਧਿਆ ਸਮੇਂ ਕਹਿ ਲਓ, ਮਿਲ ਕੇ ਸਾਰੇ ਜ਼ਿਮੀਂਦਾਰਾਂ ਨੇ ਆਪਸ ਵਿੱਚ ਵਿਚਾਰ ਕੀਤਾ ਹੈ। ਗੁਰ ਕੀ ਭਈ ਅਵਗਿਆ ਭਾਰੀ। ਇਹ ਗੱਲ ਸੁਣੋ ਭਾਈ, ਆਪਣੇ ਪਾਸੋਂ ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ ਦੀ ਬੜਾ ਭਾਰੀ ਨਿਰਾਦਰ ਹੋਇਆ, ਬੇਪਤੀ ਹੋਈ ਹੈ। ਜਿਨ ਮਹਿ ਅਜਮਤ ਏਤਕ ਹੈ, ਜਿਨ੍ਹਾਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਵਿੱਚ ਇੰਨੀ ਵੱਡੀ ਕਰਾਮਾਤ ਹੈ। ਬਰਖਿਓ ਜਲ ਜਿਨ ਸੇਵਕ ਕਹੈ। ਇਹ ਕਿੰਨੀ ਕੁ ਕਰਾਮਾਤ ਹੋਵੇਗੀ। ਉਹ ਤਾਂ ਇੱਕ ਪਾਸੇ ਜਿਨ੍ਹਾਂ ਦੇ ਸਿੱਖ ਦੇ ਕਹਿਣ ਤੇ ਹੀ ਬੜਾ ਭਾਰੀ ਮੀਂਹ ਵਰਖਾ ਪਈ ਹੈ ਸ਼੍ਰੀ ਅਮਰਦਾਸ ਜੀ ਦੇ। ਰਹਿਤ ਹਮੇਸ਼ ਨਹੀਂ ਮਿਤ ਜਾਨੀ। ਪਰ ਗੱਲ ਇਹ ਹੈ ਵੀ ਅਸੀਂ ਮੂਰਖਾਂ ਨੇ ਮਹਾਰਾਜ ਦੀ ਵਡਿਆਈ ਜਾਣੀ ਨਾ। ਇੱਥੇ ਨਗਰ ਵਿੱਚ ਹੀ ਕਿੰਨੇ ਸਮੇਂ ਤੋਂ ਸਤਿਗੁਰੂ ਰਹਿ ਰਹੇ ਆ, ਜਾ ਬੈਠੇ ਹੈ ਅਪਰ ਸਥਾਨੀ। ਤੇ ਹੁਣ ਸਾਡੀ ਇਹ ਕੀਤੀ ਹੋਈ ਭੁੱਲ ਸਦਕਾ ਸੱਚੇ ਪਾਤਸ਼ਾਹ ਜੀ ਕਿਤੇ ਹੋਰ ਥਾਂ ਜਾ ਬੈਠੇ ਹਨ। ਆਬ ਮਿਲ ਚੱਲਹਾ ਨਾ ਬਿਲਮ ਲਗਾਵਹਾ। ਦੇਰੀ ਨਾ ਲਾਈਏ ਤੇ ਚਲੋ ਹੁਣ ਸਾਰੇ ਮਿਲ ਕੇ ਤੇ ਸ਼੍ਰੀ ਅੰਗਦ ਦੇਵ ਜੀ ਮਹਾਰਾਜ ਦੇ ਚਰਨੀ ਪਹੁੰਚੀਏ। ਭਈ ਭੂਲ ਤੂਰਨ ਬਖਸ਼ਾਵਹਾ। ਜਿਹੜੀ ਆਪਣੇ ਤੋਂ ਗਲਤੀ ਹੋਈ ਆ ਨਾ, ਮਹਾਰਾਜ ਦੀ ਅਵਗਿਆ ਕੀਤੀ, ਸਾਰੇ ਛੇਤੀ ਬਖਸ਼ਾ ਲਈਏ ਸਤਿਗੁਰਾਂ ਤੋਂ। ਨਾਹੇ ਤਾਂ ਸ਼ਰਾਪ ਦੈਹੇ ਪੈਦਾਇਕ। ਤੇ ਨਹੀਂ ਤਾਂ ਕਿਤੇ ਨਾ ਹੋਵੇ ਕੋਈ ਇਹੋ ਜਿਹਾ ਸਤਿਗੁਰਾਂ ਦੇ ਮੁਖੋਂ ਬਚਨ ਨਿਕਲ ਜਾਵੇ ਜਿਹੜਾ ਸਾਰਾ ਨਗਰ ਹੀ ਉਹਦਾ ਦੇਣਦਾਰ ਹੋ ਜਾਵੇ। ਆਪਦਾ ਪਰ ਹੈ ਪ੍ਰਮੋਦਨ ਸਾਇਕ। ਤੇ ਇਉਂ ਖੁਸ਼ੀਆਂ ਨੱਸ ਜਾਣ ਸਾਰੀਆਂ, ਤੇ ਕੋਈ ਪਿੰਡ ਉੱਪਰ ਆਣ ਕੋਈ ਆਫਤ ਆਪਦਾ ਆ ਜਾਵੇ। ਏਮ ਕਹਿ ਮਿਲ ਕਰ ਲੈ ਪਕਵਾਨ। ਇਉਂ ਸਾਰਿਆਂ ਨੇ ਮਿਲ ਕੇ ਇਹ ਮਤਾ ਪਕਾਇਆ। ਇੱਥੋਂ ਦੀ ਪੰਚਾਇਤ ਨੇ, ਸਾਰੇ ਨਗਰ ਨੇ ਰਲ ਮਿਲ ਕਰਕੇ ਨਾਲ ਮਹਾਰਾਜ ਦੇ ਦਰਸ਼ਨਾਂ ਦੀ ਭੇਟਾਂ ਵਜੋਂ ਵੀ ਖਾਲੀ ਹੱਥ ਨਹੀਂ ਜਾਈਦਾ। ਸਤਿਗੁਰਾਂ ਦੇ ਦਰਸ਼ਨ ਕਰਨ ਸਿਆਣੇ ਸਨ। ਕੁਝ ਮਿੱਠਾ ਪ੍ਰਸ਼ਾਦ ਜਾਂ ਮਿੱਠੀਆਂ ਵਸਤੂਆਂ ਜਿਹੜੀਆਂ ਲੈ ਲਈਆਂ ਹਨ ਛਕਣਯੋਗ। ਬਖਸ਼ਾਵਣ ਗਮਣੇ ਤਿਸ ਥਾਨ। ਇਹ ਸਾਰਾ ਹੀ ਨਗਰ ਜਿੱਥੇ ਮਹਾਰਾਜ ਜੀ ਦਾ ਵਾਸਾ ਹੈ,
ਉਥੇ ਆਪਦੀ ਫੁੱਲ ਬਖਸ਼ਾਉਣ ਵਾਸਤੇ ਗਏ ਆ। ਜਿਸ ਪ੍ਰਕਾਰ ਇਸ ਥਲ ਚਲ ਆਵਹਿ। ਤੋ ਇਸੇ ਤਰ੍ਹਾਂ ਕਵੀ ਜੀ ਕਹਿੰਦੇ ਇਸ ਨਗਰ ਤੇ ਬਾਰ-ਬਾਰ ਜਿੱਥੇ ਹੁਣ ਛਾਪਰੀ ਸਾਹਿਬ ਦਾ ਸਥਾਨ ਹੈ, ਖਾਨ ਰਜਾਦਾ ਨਾਵੇਂ ਝੜੀ ਵਿੱਚ ਪਹੁੰਚੇ ਆ। ਤਿਮ ਸਭ ਕਰਹੁ ਕਿਰਪਾਲ ਰਿਝਾਵਹਿ। ਤੇ ਇਉਂ ਆਏ ਆ ਸਾਰੇ ਜਿਹੜੇ ਵੇ ਨੀਵੇਂ ਹੋ ਕੇ ਵੀ ਗੁਰੂ ਅੰਗਦ ਪਾਤਸ਼ਾਹ ਜੀ ਸਾਡੇ ਤੇ ਖੁਸ਼ ਹੋ ਜਾਵਣ। ਖਾਨ ਰਜਾਦੇ ਕੇ ਥਲ ਗਏ। ਜਿੱਥੇ ਉਹ ਖਾਨ ਰਜਾਦਾ ਨਾਵੇਂ ਝੜੀ ਹੈ, ਅਜੋਕਾ ਛਾਪਰੀ ਸਾਹਿਬ ਦਾ ਸਥਾਨ ਹੈ। ਸ੍ਰੀ ਗੁਰ ਬੈਠੇ ਦੇਖਤ ਭਏ। ਜਦੋਂ ਵੇਖਿਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਿਰਾਜਮਾਨ ਹੋ ਰਹੇ ਆ। ਸਭਨ ਜਾਏ ਪਦ ਬੰਦਨ ਠਾਨੀ। ਇਹਨਾਂ ਉਸ ਸਥਾਨ ਤੇ ਪਹੁੰਚ ਕਰਕੇ ਸਾਰੇ ਨਗਰ ਨੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸ਼ੀਸ਼ ਨਵਾਏ, ਮੱਥੇ ਟੇਕੇ, ਬੰਦਨਾ ਕੀਤੀਆਂ ਹਨ। ਬਿਨਤੀ ਜੁਗਤ ਬਖਾਨੀ ਬਾਨੀ। ਤੇ ਬੇਨਤੀ ਸਹਿਤ ਫਿਰ ਨਿਮਰ ਭਾਵ ਧਾਰ ਕੇ ਹਿਰਦੇ ਵਿੱਚ ਇਹ ਬੇਨਤੀਆਂ ਕਰਦੇ ਆ। ਸ੍ਰੀ ਗੁਰ ਹਮਨੇ ਭੇਦ ਨ ਪਾਏਬ। ਸੱਚੇ ਪਾਤਸ਼ਾਹ ਜੀ ਮਾਰੇ ਭੁੱਲ ਹੋ ਗਈ ਆ, ਸਾਥੋਂ ਤੁਹਾਡਾ ਭੇਦ ਨਹੀਂ ਪਾਇਆ ਗਿਆ ਹੈ। ਸਭ ਕੋ ਜੋਗੀ ਤਪੇ ਭੁਲਾਏਬ। ਮਹਾਰਾਜ ਸਾਡਾ ਵੀ ਕੋਈ ਦੋਸ਼ ਨਹੀਂ, ਅਸੀਂ ਸ਼ਰਧਾ ਵਿੱਚ ਅੰਨੇ ਸੀ ਤੇ ਸਾਨੂੰ ਉਹ ਤਪੇ ਜੋਗੀ ਨੇ, ਕਨਪਾਟੇ ਨੇ ਸਾਨੂੰ ਬੜਾ ਭਰਮਾ ਛੱਡਿਆ। ਤੁਹਾਡੀ ਈਰਖਾ ਕਰਦਾ ਸੀ ਨਿੰਦਿਆ ਕਰ ਕਰਕੇ। ਰਾਵਰ ਕੋ ਨਿੰਦਕ ਵੱਡ ਪਾਪੀ। ਕਿਉਂਕਿ ਉਹ ਵੱਡਾ ਪਾਪੀ ਸੀ ਤੇ ਤੁਹਾਡੀ ਡਾਢੀ ਨਿੰਦਾ ਕਰਦਾ ਸੀ। ਤਨ ਲੋਭੀ ਮਨ ਕੂਰ ਸੰਤਾਪੀ। ਤੋ ਮਾਇਆ ਦਾ ਬੜਾ ਲੋਭੀ ਸੀ ਤੇ ਮਨ ਕਰਕੇ ਸੰਤਾਪੀ ਤੇ ਕੂਰ ਸੀ, ਕਰੜਾ ਸੀ, ਕਠੋਰ ਪਾਪੀ ਸੀ। ਦੁਰਮਤ ਖੋਟ ਕਰਮ ਕੀਓ ਜੇ ਤੇ ਕੋ। ਜਿੰਨੇ ਵੀ ਉਹਨੇ ਕੰਮ ਕੀਤੇ ਆ ਨਾ ਉਹ ਦੁਰਮਤੀਏ ਭੈੜੀ ਮਤ ਵਾਲੇ ਨੇ ਖੋਟੇ ਹੀ ਕੀਤੇ ਹਨ। ਤਾਤ ਕਾਲ ਫਲ ਪਾਇਓ ਹੋਤੇ ਤੇ ਕੋ। ਤੇ ਪਰ ਜਿੰਨੇ ਕੋ ਨੇ ਕਰਮ ਮਾੜੇ ਕੀਤੇ ਸੀ ਨਾ, ਤੁਹਾਡੇ ਨਾਲ ਵੈਰ ਕੀਤਾ, ਝੂਠ ਬੋਲੇ, ਬੇਅੰਤ ਤੁਹਾਡੇ ਨਾਲ ਈਰਖਾ ਕੀਤੀ ਅਕਾਰਨ, ਤੋ ਤੁਹਾਡੇ ਤੇ ਦੋਸ਼ ਲਾਉਂਦਾ ਸੀ, ਉਹਦਾ ਫਲ ਮਹਾਰਾਜ ਨੂੰ ਅੱਜ ਹੀ ਨਾਲ ਦੀ ਨਾਲ ਹੀ ਮਿਲ ਚੁੱਕਾ ਹੈ। ਸ਼ਰਨ ਪਰੇ ਹਮਾਰਾ ਹਕ ਸਾਰੇ। ਤੇ ਹੁਣ ਮਹਾਰਾਜ ਅਸੀਂ ਵੇਖੋ ਸਾਰੇ ਜੱਟ ਤੁਹਾਡੀ ਚਰਨੀ ਸ਼ਰਨੀ ਪੈਂਦੇ ਹਾਂ। ਸਿਮਹਾ ਗੁਰੂ ਤਮ ਮਹਿਦ ਉਦਾਰੇ। ਤੇ ਜਿਹੜੀ ਸਾਥੋਂ ਮਹਾਰਾਜ ਭੁੱਲ ਹੋਈ ਹੈ, ਤੁਸੀਂ ਮਹਾਰਾਜ ਕਿਰਪਾ ਦੇ ਖਜ਼ਾਨੇ ਬਖਸ਼ਣ ਯੋਗ ਹੋ, ਬਖਸ਼ ਲਵੋ। ਸੁਣ ਸਤਿਗੁਰ ਤਿਨ ਦੇਸ਼ ਪੇਖ ਬਿਕਸੇ। ਮਹਾਰਾਜ ਜੀਆਂ ਨੇ ਵੇਖਿਆ ਸਾਰੇ ਜ਼ਿਮੀਂਦਾਰ ਆਏ ਬੈਠੇ, ਵੇਖ ਕੇ ਸਤਿਗੁਰੂ ਜੀ ਖੁਸ਼ ਹੋਏ, ਹੱਸੇ ਆਏ। ਬਾਕ ਸੁਧਾ ਸਸ ਮੁਖ ਤੇ ਨਿਕਸੇ। ਤੇ ਮਹਾਰਾਜ ਜੀਆਂ ਨੇ ਚੰਦਰਮਾ ਵਰਗੇ ਮੁਖ ਤੋਂ ਸੁਧਾ ਰੂਪੀ ਜਿਹੜੇ ਬਚਨ ਕੀਤੇ ਆ। ਸਭ ਹੋ ਜਗ ਮਿਥਿਆ ਰੂਪ ਨਿਹਰ ਹੈ। ਮਹਾਰਾਜ ਕਹਿੰਦੇ ਭਾਈ ਜਿਹੜਾ ਸਾਰਾ ਜਗ ਹੈ ਨਾ, ਇਹ ਸਾਰੇ ਦਾ ਸਾਰਾ ਸੰਸਾਰ ਮਿਥਿਆ ਹੈ, ਮੰਨਿਆ ਹੋਇਆ ਹੈ, ਝੂਠਾ ਹੈ, ਇਹਦਾ ਰੂਪ ਵੇਖ ਲਵੋ। ਹਮ ਕਾਹੂ ਸੰਗ ਬੈਰ ਨਾ ਕਰੈ। ਤੇ ਜਦੋਂ ਸਾਰਾ ਸੰਸਾਰ ਹੀ ਝੂਠਾ ਤੇ ਫਿਰ ਵੈਰ ਕਿਹਦੇ ਨਾਲ ਕਰੀਏ? ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਮਿਥਿਆ ਮਾਨ ਅਪਰ ਅਪਮਾਨ। ਤੇ ਜਿਹੜੀ ਕੋਈ ਵਡਿਆਈ ਮਿਲਣੀ ਕਿਸੇ ਨੂੰ, ਇਹ ਵੀ ਮਹਾਰਾਜ ਕਹਿੰਦੇ ਝੂਠੀ ਹੈ ਭਾਈ। ਤੇ ਜੇ ਕਿਸੇ ਦੀ ਅਵੱਗਿਆ ਕੋਈ ਬੇਅਦਬੀ ਹੋ ਜਾਂਦੀ ਹੈ ਕਿਸੇ ਪ੍ਰਾਣੀ ਦੀ, ਜੇ ਪ੍ਰਾਣੀ ਝੂਠਾ ਹੈ ਤੇ ਉਹਦੀ ਬੇਪਤੀ ਇੱਜ਼ਤ ਕਿੱਥੋਂ ਸੱਚੀ ਹੋਈ? ਇੱਜ਼ਤ ਵੀ ਮਾਣ ਵੀ ਝੂਠਾ ਹੈ, ਤੇ ਜਿਹੜਾ ਇਹ ਸਨਮਾਨ ਮਿਲਣਾ, ਕੋਈ ਬੇਪਤੀ ਹੋਣੀ, ਸਭ ਝੂਠ ਹੈ, ਮਿਥਿਆ ਹੈ। ਹਰਖ ਸ਼ੋਕ ਹਮ ਨਾਹਿਨ ਠਾਨ। ਤੇ ਅਸੀਂ ਕਦੇ ਵੀ ਮਨ ਵਿੱਚ ਹਰਖ ਤੇ ਸ਼ੋਕ, ਕੋਈ ਖੁਸ਼ੀ ਗਮੀ ਨਹੀਂ ਕੀਤੀ ਮਾਣ ਅਪਮਾਨ ਕਾਰਨ। ਕਰਹਿ ਕਰਮ ਜਸ ਤਸ ਫਲ ਪਾਵਹਿ। ਬਾਕੀ ਜਿਹੋ ਜੀ ਕੋਈ ਕਲਪਨਾ ਕਰਦਾ ਹੈ, ਜਿਹੋ ਜੇ ਕਰਮ ਕੋਈ ਕਰਦਾ, ਇਹੋ ਜਿਹਾ ਫਲ ਨੂੰ ਵਸ਼ ਮਿਲ ਜਾਂਦਾ ਹੈ। ਬੁਰਾ ਭਲਾ ਨਿਸ਼ ਫਲ ਨਹਿ ਜਾਵਹਿ। ਚਾਹੇ ਕੋਈ ਬੁਰਾ ਕਰਮ ਕਰੇ, ਚਾਹੇ ਕੋਈ ਅੱਛਾ ਚੰਗਾ ਕਰਮ ਕਰੇ, ਉਹ ਨਿਸ਼ਫਲ ਨਹੀਂ ਜਾਂਦਾ, ਉਹਦਾ ਕਰਮ ਦਾ ਫਲ ਜ਼ਰੂਰ ਮਿਲਦਾ। ਚੰਗੇ ਕਰਮ ਦਾ ਫਲ ਸੁਖ ਹੈ, ਦੁਸ਼ਕਰਮ ਦਾ ਫਲ ਜਿਹੜਾ ਹੈ ਉਹ ਦੁੱਖ ਹੁੰਦਾ ਹੈ। ਮਿਥਿਆ ਮਹਿ ਗਿਆਨੀ ਨਹਿ ਰਚੇ। ਜਿਹੜੇ ਕੋਈ ਗਿਆਨਵਾਨ ਪੁਰਸ਼ ਹੁੰਦੇ ਆ, ਪਰਮੇਸ਼ਰ ਦੇ ਜਾਣੂ ਹੈ, ਪਰਮੇਸ਼ਰ ਦੀ ਭਜਨ ਬੰਦਗੀ ਕਰਨ ਗਿਆਤ ਰੱਖਣ ਵਾਲੇ, ਉਹ ਇਸ ਦੇ ਵਿੱਚ ਨਹੀਂ ਰਚਦੇ ਰੁਚਦੇ ਹਨ। ਸਾਚ ਸਰੂਪ ਬੀਚ ਨਿਤ ਮਚੇ। ਉਹ ਤਾਂ ਤਦਾ ਕਰ ਰਹਿੰਦੇ ਆ ਸਤ ਸਰੂਪ ਪਰਮੇਸ਼ਰ ਦੇ ਵਿੱਚ। ਆ ਮਿਥਿਆ ਵਸਤੂ ਬੇਇੱਜ਼ਤੀ ਤੇ ਵਡਿਆਈ, ਮਾਣ ਸਤਕਾਰ, ਰਵਾਗ ਦਵੈਕ, ਈਰਖਾ ਨਿੰਦਾ, ਇਹਦੇ ਵਿੱਚ ਨਹੀਂ ਰਚਦੇ। ਪਰਮੇਸ਼ਰ ਦੇ ਪਿਆਰੇ ਤਾਂ ਉਸ ਪਰਮੇਸ਼ਰ ਦੇ ਸਤ ਸਰੂਪ ਦੇ ਵਿੱਚ ਹੀ ਅਭੇਦ ਰਹਿੰਦੇ ਆ। ਦੁਬਿਧਾ ਤੁਮ ਮਹਿ ਦੇਖੀ ਪੂਰ। ਬਾਕੀ ਮਹਾਰਾਜ ਕਹਿੰਦੇ ਗੱਲ ਇਹ ਹੈ ਭਾਈ ਸੰਗਤ ਜੀ, ਅਸੀਂ ਤੁਹਾਡੇ ਵਿੱਚ ਬੜੀ ਦੁਬਿਧਾ ਵੇਖ ਲਈ ਸੀ ਉਸ ਸਮੇਂ। ਹਮ ਤਿਆਗਿਓ ਤਬ ਗ੍ਰਾਮ ਖਡੂਰ। ਤਾਂ ਕਰਕੇ ਅਸੀਂ ਨਗਰ ਛੱਡ ਦਿੱਤਾ ਸੀ। ਵੀ ਅੱਧੇ ਕੋ ਕਹਿੰਦੇ ਸੀਗੇ ਕਿ ਮਹਾਰਾਜ ਇੱਥੇ ਰਹਿਣ, ਅੱਧੇ ਕੋ ਕਹਿੰਦੇ ਸੀ, ਬਹੁਤੇ ਕਹਿੰਦੇ ਸੀ ਚਲੇ ਜਾਓ ਇੱਥੋਂ।
ਤੋ ਅਸੀਂ ਆਖਿਆ ਇੱਥੇ ਝਗੜਾ ਬਹੁਤਾ ਵੱਧ ਜਾਵੇਗਾ, ਤੁਹਾਡੇ ਵਿੱਚ ਦੁਬਿਧਾ ਵੇਖ ਕੇ ਅਸੀਂ ਉਹ ਨਗਰ ਛੱਡ ਆਏ ਸਾਂ, ਤੁਮ ਕੋ ਸੰਕਟ ਕੋਏ ਨਾ ਹੋਏ। ਤਾਂ ਕਿ ਭਾਈ ਤੁਹਾਨੂੰ ਕੋਈ ਦੁੱਖ ਨਾ ਹੋਵੇ, ਸਾਡੇ ਕਾਰਨ ਤੁਹਾਡਾ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਬਸਹਾ ਸਦਨ ਮੈਂ ਸਭ ਸੁਖ ਤੇ ਜੋਏ। ਹੁਣ ਤੁਸੀਂ ਸੁਖ ਤਾਂ ਆ ਗਏ ਵੀ ਤੁਸੀਂ ਸੁਖੀ ਰਹੋ, ਆਪਦੇ ਘਰ ਵਿੱਚ ਸਭ ਸੁਖ ਵੇਖ ਕਰਕੇ ਰਹਿਣਾ ਕਰੋ, ਨਗਰ ਸੁਖੀ ਵਸੇ। ਹਮ ਤੋ ਜਹ ਬੈਠਾ ਹੈ ਹਰ ਖਾਵਹਿ। ਕਿਉਂਕਿ ਅਸੀਂ ਤਾਂ ਜਿੱਥੇ ਬਹਿ ਗਏ ਇੱਥੇ ਹੁਣ ਆ ਗਏ ਜੰਗਲ ਵਿੱਚ, ਸਾਡੇ ਵਾਸਤੇ ਇੱਥੇ ਵੀ ਬੜਾ ਆਨੰਦ ਹੈ, ਇਹੀ ਖਡੂਰ ਸਾਹਿਬ ਹੈ। ਕਿਤ ਤੇ ਪਾਏ ਨ ਕਿਤਹਾਂ ਗਵਾਵਹਿ। ਤੇ ਇਸੇ ਪ੍ਰਕਾਰ ਜਿਹੜਾ ਹੈ ਅਸੀਂ ਤਾਂ ਇੱਥੇ ਹੀ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ, ਇੱਥੇ ਜਿਹੜੀ ਸਾਨੂੰ ਖੁਸ਼ੀ ਮਿਲ ਰਹੀ ਹੈ। ਜੈਸਾ ਖਡੂਰ ਹੈ ਤੈਸਾ ਹੀ ਹੈ ਸੰਗਤ ਜੀ, ਇਹ ਸਾਰਾ ਜਿਹੜਾ ਹੈ ਇਹ ਚਿੜੀ ਹੈ। ਤੋ ਇਸੇ ਤਰ੍ਹਾਂ ਸਾਡੇ ਵਾਸਤੇ ਉਜਾੜ ਕਿਤੇ ਨਹੀਂ ਤੇ ਵਸਦਾ ਨਗਰ ਵੀ ਕੋਈ ਨਹੀਂ। ਨਗਰ ਉਜਾੜ ਹੈ ਤੇ ਉਜਾੜ ਹੀ ਨਗਰ ਹੈ। ਹਾਨ ਲਾਭ ਹਮਰੇ ਕਿਮ ਨਾਹੀ। ਸਾਨੂੰ ਕਿਸੇ ਤਰ੍ਹਾਂ ਵੀ ਨਾ ਤਾਂ ਕੋਈ ਹਾਨ ਨੁਕਸਾਨ ਹੈ ਕਿਸੇ ਗੱਲ ਦਾ, ਨਾ ਹੀ ਸਾਨੂੰ ਕੋਈ ਬਹੁਤਾ ਲਾਭ ਹੈ। ਮੰਗਲ ਹੈ ਇਸ ਜੰਗਲ ਮਾਹੀ। ਭਾਵ ਉਜਾੜ ਵਿੱਚ ਬੈਠਿਆਂ ਕੋਈ ਨੁਕਸਾਨ ਨਹੀਂ, ਤੇ ਖਡੂਰ ਦੀ ਵਸੋਂ ਵਿੱਚ ਮਹਿਲਾਂ ਵਿੱਚ ਰਹਿ ਕੋਈ ਸਾਨੂੰ ਕੋਈ ਬਹੁਤਾ ਲਾਭ ਨਹੀਂ ਹੈ। ਤੇ ਇਹ ਖੁਸ਼ੀਆਂ ਨੇ ਸਾਨੂੰ ਇਸ ਜੰਗਲ ਵਿੱਚ ਰਹਿ ਕੇ ਬੜੇ ਆਨੰਦ ਹਨ। ਸੁਨ ਰਾਹਕ ਗਹਿ ਪਦ ਅਰਬਿੰਦ। ਇਹ ਸੁਣ ਕੇ ਨਾ ਮਹਾਰਾਜ ਦੇ ਬਚਨ ਹੁਣ ਸ਼ਰਮਿੰਦੇ ਹੁੰਦੇ ਆ ਤੇ ਸਤਿਗੁਰਾਂ ਦੇ ਚਰਨ ਪਕੜ ਲਏ ਆ। ਛਿਮਹ ਛਿਮਹ ਤੁਮ ਰੂਪ ਗੋਬਿੰਦ। ਮਹਾਰਾਜ ਤੁਸੀਂ ਗੋ ਪ੍ਰਿਥਵੀ ਦੇ ਬਿੰਦ ਜਾਂ ਗੋ ਇੰਦਰੀਆਂ ਦੇ ਬਿੰਦ ਰੱਖਿਅਕ ਪਰਮੇਸ਼ਰ ਅਕਾਲ ਪੁਰਖ ਦਾ ਸਰੂਪ ਹੋ, ਸਾਨੂੰ ਬਖਸ਼ ਦੇਵੋ। ਚੱਲ ਕੈ ਗ੍ਰਾਮ ਪ੍ਰਵੇਸ਼ਨ ਕੀਜੈ। ਮਹਾਰਾਜ ਸਾਡੀ ਬੇਨਤੀ ਸਾਰੇ ਨਗਰ ਦੀ ਹੈ ਵੀ ਹੁਣ ਤੁਸੀਂ ਚੱਲੋ ਸਾਡੇ ਨਾਲ ਤੇ ਨਗਰ ਵਿੱਚ ਪ੍ਰਵੇਸ਼ ਕਰੋ, ਖਡੂਰ ਵਾਸਾ ਕਰ ਲਵੋ। ਤਿਆਗ ਆਣ ਨਿਜ ਥਾਨ ਬਸੀਜੈ। ਮਹਾਰਾਜ ਦੁਆਰਾ ਪੜੋ। ਤਿਆਗ ਆਨ ਨਿਜ ਥਾਨ ਬਸੀਜੈ। ਤਿਆਗ ਆਣ ਨਿਜ ਥਾਨ ਵਸੀਜਾ, ਐ ਵਿਸ਼ਰਾਮ ਲਾਓ। ਤੋ ਤਿਆਗ ਭਾਵ ਕਿ ਇਹਨੂੰ ਤਿਆਗ ਦਓ ਤੇ ਆਣ ਨਿਜ ਥਾਨ ਵਸੀਜੈ, ਆਣ ਆ ਕੇ ਨਿਜ ਆਪਣੇ ਥਾਨ ਜਗ੍ਹਾ ਤੇ ਵਾਸਾ ਕਰੋ। ਤੋ ਇਸ ਪ੍ਰਕਾਰ ਇਹ ਜਗ੍ਹਾ ਛੱਡ ਦਿਓ ਸੱਚੇ ਪਾਤਸ਼ਾਹ ਜੀ, ਤੇ ਕਿਰਪਾ ਕਰੋ ਮਹਾਰਾਜ ਜੀ, ਆਣ ਨਿਜ ਥਾਨ ਵਸੀਜੈ, ਆਪਣੇ ਘਰ ਵਿੱਚ ਵਾਸਾ ਕਰ ਲਵੋ ਜੀ। ਬਿਰਦ ਸੰਭਾਰਹ ਸ਼ੀਲ ਕਿਰਪਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡਾ ਬਿਰਧ ਹੈ ਨਾ, ਪਤਤਾਂ ਨੀਚਾਂ ਨੂੰ ਮਹਾਰਾਜ ਗੱਲ ਨਾਲ ਲਾਉਣਾ, ਕਿਰਪਾ ਕਰੋ ਆਪਦਾ ਬਿਰਧ ਸੰਭਾਲੋ, ਸਾਨੂੰ ਖਿਮਾ ਕਰ ਦੇਵੋ। ਬਖਸ਼ ਦੇਹੁ ਅਪਰਾਧ ਵਿਸਾਲ। ਸਾਡਾ ਅਪਰਾਧ ਮਹਾਰਾਜ ਬੜਾ ਵੱਡਾ ਹੈ ਤੇ ਕਿਰਪਾ ਕਰਕੇ ਬਖਸ਼ ਦੇਵੋ ਸਾਨੂੰ। ਬਿਹਸ ਕਯੋ ਪਨ ਸਹਿਜ ਸੁਭਾਏ। ਤੇ ਮਹਾਰਾਜਿਓ ਜਿਹੜਾ ਵੈ ਸੁਤੇ ਸਿੱਧ ਹੀ ਬਚਨ ਕੀਤੇ ਐ, ਹਮਰੇ ਹੱਠ ਹੋਏ ਨਾ ਕਿਸ ਪਾਏ। ਮਹਾਰਾਜ ਕਹਿੰਦੇ ਭਾਈ ਸਾਡੇ ਹੱਥ ਨਹੀਂ ਕਿਸੇ ਤਰ੍ਹਾਂ ਵੀ ਕੁਝ ਵੀ ਹੈ। ਐਬੋ ਇਹਾਂ ਕਿ ਜੈਬੋ ਗ੍ਰਾਮ। ਵੀ ਅਸੀਂ ਇੱਥੇ ਰਹਿਣਾ ਹੈ ਕਿ ਨਗਰਾਂ ਵਿੱਚ ਨਗਰ ਚਲੇ ਜਾਈਏ, ਸਾਡੇ ਕੀ ਹੱਥ ਵਸ ਹੈ। ਇੱਕ ਸਮਵਹਿਰ ਕੇ ਬੈਠਨ ਧਾਮ। ਵੀ ਅਸੀਂ ਇੱਥੇ ਬਈਏ ਇੱਕ ਰਾਸੀਆਂ, ਚਾਹੇ ਇੱਥੇ ਬੈਠੇ ਰਹੀਏ ਜਾੜ ਵਿੱਚ ਤੇ ਚਾਹੇ ਅਸੀਂ ਉਸ ਨਗਰ ਵਿੱਚ ਵਸ ਜਾਈਏ, ਇੱਕੋ ਹੀ ਸਾਡੇ ਵਾਸਤੇ ਨਗਰ ਹੈ, ਉਹੀ ਉਜਾੜ ਸਭ ਸਮ ਹੈ। ਜੇ ਕਰ ਤੁਮ ਪ੍ਰਸੰਨ ਸਮੁਦਾਏ। ਬਾਕੀ ਗੱਲ ਐ ਵਾ ਭਾਈ, ਜੇ ਸੰਗਤ ਸਾਰੀ ਸਾਡੇ ਜਾਣ ਤੇ ਨਗਰ ਲੈ ਕੇ ਜਾਣ ਤੇ ਖੁਸ਼ ਹੈ, ਲੈ ਸੰਗ ਚੱਲਹਾ ਬਸਹਿ ਤਿਸ ਥਾਏ। ਤੇ ਸਾਨੂੰ ਲੈ ਚਲੋ ਜਿੱਥੇ ਲੈ ਕੇ ਜਾਣਾ ਅਸੀਂ ਉੱਥੇ ਹੀ ਵਾਸਾ ਕਰ ਲਵਾਂਗੇ। ਵਿਧ ਨਿਖੇਦ ਹਮਨੈ ਕਛ ਨਾਹੀ। ਵਿਦ ਕਰਨ ਯੋਗ ਨਖੇਦ ਨਾ ਕਰਨ ਯੋਗ, ਭਾਵ ਵਿਦ ਤੋਂ ਭਾਵ ਲੈਣਾ ਹਾਂ ਤੇ ਨਖੇਦ ਤੋਂ ਭਾਵ ਲੈਣਾ ਨਾ। ਨਾ ਸਾਡੀ ਹਾਂ ਹੈ ਭਾਈ ਤੇ ਨਾ ਹੀ ਨਾ ਹੈ, ਸਾਡੇ ਵੱਸ ਕੁਝ ਨਹੀਂ। ਜੇ ਆਂਦੇ ਹੋ ਤੇ ਚਲੇ ਜਾਂਦੇ ਆ, ਜੇ ਆਖੋ ਤੇ ਅਸੀਂ ਇੱਥੇ ਹੀ ਬੈਠੇ ਰਹਿੰਦੇ ਹਾਂ। ਸਮਾਂ ਬਿਤਾਵਹਿ ਬੈਠਹਿ ਜਾਹੀ। ਅਸੀਂ ਤਾਂ ਸਮਾਂ ਹੀ ਬਤੀਤ ਕਰਨਾ ਹੈ, ਚਾਹੇ ਇੱਥੇ ਲੰਘ ਜਾਵੇ ਚਾਹੇ ਖਡੂਰ ਵਿੱਚ ਲੰਘ ਜਾਵੇ। ਸੁਣ ਹਰਖੇ ਨਰ ਔਰ ਸਮੁਦਾਈ। ਇਹ ਤੁਸੀਂ ਆਖਿਆ ਸੀ ਚਲੇ ਜਾਓ, ਅਸੀਂ ਆ ਗਏ ਹਾਂ, ਹੁਣ ਲੈਣ ਆਏ ਹੋ ਅਸੀਂ ਚਲੇ ਜਾਂਦੇ ਹਾਂ। ਨਾ ਸਾਡੀ ਹਾਂ ਹੈ ਨਾ ਹੈ, ਸਮਾਂ ਹੀ ਬਤੀਤ ਕਰਨਾ, ਉੱਥੇ ਲੰਘ ਜਾਵੇ ਭਾਈ ਇੱਥੇ ਬਤੀਤ ਹੋ ਜਾਵੇ। ਇਹ ਸਭ ਮਹਾਰਾਜ ਦੇ ਬਚਨ ਸੁਣੇ ਜਦੋਂ ਸਾਰੀਆਂ ਸੰਗਤਾਂ ਨੇ, ਖਹਿਰੇ ਜੱਟਾਂ ਜਾਂ ਖਡੂਰ ਦੇ ਵਾਸੀਆਂ ਨੇ। ਕਹਿ ਕਰ ਸਤਿਗੁਰ ਲੀਏ ਉਠਾਈ। ਮਹਾਰਾਜ ਦੇ ਚਰਨੀ ਮੱਥਾ ਟੇਕ ਕੇ ਬੇਨਤੀਆਂ ਕਰਕੇ ਤੇ ਸਤਿਗੁਰ ਨੂੰ ਇੱਥੋਂ ਉਠਾ ਲਿਆ ਹੈ। ਸਿੱਖਿਆਨ ਸਿਰ ਪਰ ਅੰਕ ਉਚਵਾਏ। ਤੇ ਸਿੱਖਾਂ ਨੇ ਆਪਦੇ ਸਿਰ ਤੇ ਮਹਾਰਾਜ ਦਾ ਪਲੰਘਾ ਚੁੱਕ ਲੈਣਾ ਕੀਤਾ ਹੈ। ਅਪਰ ਵਸਤ ਕਛ ਲੈ ਗਮਨਾਏ। ਹੋਰ ਜਿੰਨੀਆਂ ਕੋ ਉਥੇ ਵਸਤਾਂ ਭੇਟਾਵਾਂ ਆਦਿਕ ਸਾਨੂੰ ਸਾਰੀਆਂ ਹੀ ਲੈ ਕਰਕੇ ਸਿੱਖਾਂ ਨੇ
ਸ਼੍ਰੀ ਅੰਗਦ ਕੇ ਸੰਗ ਸਿਧਾਰੇ। ਤੇ ਅੱਗੇ ਅੱਗੇ ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ ਜਾ ਰਹੇ ਆ, ਮਗਰ ਸਿੱਖ ਸੰਗਤ ਤੇ ਜ਼ਿਮੀਂਦਾਰ ਜਾ ਰਹੇ ਆ। ਸਿੱਖ ਜਾਟ ਸਗਲੇ ਪਰਵਾਰੇ। ਤੇ ਇਸੇ ਤਰ੍ਹਾਂ ਜਿਹੜੇ ਨਾ ਜੱਟਾਂ ਦੇ ਜਿੰਨੇ ਸਿੱਖ ਪਰਿਵਾਰ ਸਨ, ਮਾਰਗ ਚੱਲੇ ਆਏ ਗੁਰ ਸੁਆਮੀ। ਅੱਗੇ ਅੱਗੇ ਮਹਾਰਾਜ ਜਾਂਦੇ, ਮਗਰ ਸਿੱਖ ਸੰਗਤ ਤੇ ਖਹਿਰੇ ਜ਼ਿਮੀਂਦਾਰ ਜਾ ਰਹੇ ਹਨ। ਸਮਚਿਤ ਆਨੰਦ ਅੰਤਰ ਜਾਮੀ। ਮਹਾਰਾਜ ਅੰਤਰਜਾਮੀ ਵੀ ਹੈ, ਜਿਨ੍ਹਾਂ ਦਾ ਚਿੱਤ ਜਿਹੜਾ ਨਾ ਆਨੰਦ ਸਹਿਤ ਤੇ ਸਮ ਅਵਸਥਾ ਇੱਕੋ ਜਿਹਾ ਸੁਭਾਅ ਰੱਖਣ ਵਾਲੇ ਸਤਿਗੁਰੂ। ਪੰਥ ਵਿਖੈ ਭੈਰੋ ਪ੍ਰੋਗਰਾਮੂ। ਇੱਥੇ ਰਾਹ ਵਿੱਚ ਸਾਧ ਸੰਗੀ ਛਾਪਰੀ ਸਾਹਿਬ ਤੋਂ ਖਡੂਰ ਸਾਹਿਬ ਜਾਂਦਿਆਂ ਭੈਰੋਪੁਰ ਨਾਮ ਦਾ ਨਗਰ ਆਉਂਦਾ ਹੈ। ਖਿਓ ਭੱਲੇ ਕੋ ਤਹਿ ਧਾਮੂ। ਉਥੇ ਇੱਕ ਖੀਓ ਨਾਮ ਦਾ ਤੇ ਭੱਲੇ ਗੋਤ ਦਾ ਇੱਕ ਸਿੱਖ ਰਹਿੰਦਾ ਹੈ। ਸੁਨ ਆਗਵਨ ਸਤਿਗੁਰ ਕੇਰਾ। ਤੇ ਇਹਨੂੰ ਜਦੋਂ ਖੀਓ ਭਾਈ ਨੂੰ ਪਤਾ ਲੱਗਿਆ ਵੀ ਗੁਰੂ ਅੰਗਦ ਪਾਤਸ਼ਾਹ ਜੀ ਹੁਣ ਖਡੂਰ ਸਾਹਿਬ ਜਾ ਰਹੇ ਆ, ਫਿਰ ਵਾਸਾ ਕਰਨ ਵਾਸਤੇ ਪਿੰਡ ਚੋਂ ਲੰਘ ਕੇ ਜਾਣਗੇ, ਮਿਲਿਓ ਆਨ ਕਰ ਭਾਉ ਕਨੇਰਾ। ਪਿੰਡ ਦੇ ਬਾਹਰ ਆ ਕਰਕੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਡਾਢਾ ਪ੍ਰੇਮ ਕਰਕੇ ਭਾਈ ਖੀਓ ਮਿਲਿਆ ਹੈ।